ਗੁਰ ਪ੍ਰਸਾਦ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਂਝ ਮਹਲਾ ਤੀਜਾ। ਵਰਨ ਰੂਪ ਵਰਤੈ ਸਭ ਤੇਰੇ। ਮਰ ਮਰ ਜੰਮੈ ਫਿਰ ਪਵੈ ਕਨੇਰੇ। ਵਰਨ ਰੂਪ ਵਰਤੈ ਸਭ ਤੇਰੇ। ਮਰ ਮਰ ਜੰਮੈ ਫੇਰ ਪਵੈ ਕਨੇਰੇ। ਤੂੰ ਏਕੋ ਨਿਹਚਲ ਆਗੰਮ ਅਪਾਰਾ। ਗੁਰਮਤੀ ਬੂਝ ਬੁਝਾਵਣਿਆ। ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨਾ ਰੇਖਿਆ ਵਰਨ ਨ ਕੋਈ। ਗੁਰਮਤੀ ਆਪ ਬੁਝਾਵਣਿਆ ਰਹਾ। ਸਭ ਏਕਾ ਜੋਤ ਜਾਣੈ ਜੇ ਕੋਈ। ਸਤਿਗੁਰ ਸੇਵੀਐ ਪ੍ਰਗਟ ਹੋਈ। ਗੁਪਤ ਪ੍ਰਗਟ ਵਰਤੈ ਸਭ ਥਾਈ। ਜੋਤੀ ਜੋਤ ਮਿਲਾਵਣਿਆ। ਤਿਸਨਾ ਅਗਨ ਜਲੈ ਸੰਸਾਰਾ। ਲੋਭ ਅਭਿਮਾਨ ਬਹੁਤ ਅਹੰਕਾਰਾ। ਮਰ ਮਰ ਜਨਮੈ ਪਤ ਗਵਾਏ। ਆਪਣੀ ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ। ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਫਿਰ ਉਹ ਮਰੈ ਨ ਮਰਣਾ ਹੋਵੈ। ਸਹਿਜੇ ਸਚ ਸਮਾਵਣਿਆ। ਮਾਇਆ ਮਹਿ ਫਿਰ ਚਿਤ ਨਾ ਲਾਏ। ਗੁਰ ਕੈ ਸ਼ਬਦ ਸਦ ਰਹਿ ਸਮਾਏ। ਸਚ ਸਲਾਹੇ ਸਭ ਘਟ ਅੰਤਰ। ਸਚੋ ਸਚ ਸੁਹਾਵਣਿਆ। ਸਚ ਸਾਲਾਹੀ ਸਦਾ ਹਜੂਰੇ। ਗੁਰ ਕੈ ਸ਼ਬਦ ਰਹਿਆ ਭਰਪੂਰੇ। ਗੁਰ ਪ੍ਰਸਾਦੀ ਸਚ ਨਦਰੀ ਆਵੈ। ਸੱਚੇ ਹੀ ਸੁਖ ਪਾਵਣਿਆ। ਸਚ ਮਨ ਅੰਤਰ ਸਚ ਮਨ ਅੰਦਰ ਰਿਹਾ ਸਮਾਏ। ਸਦਾ ਸਚ ਨਿਹਚਲ ਆਵੈ ਨਾ ਜਾਏ। ਸੱਚੇ ਲਾਗੈ ਸੋ ਮਨ ਨਿਰਮਲ। ਗੁਰਮਤੀ ਸਚ ਸਮਾਵਣਿਆ। ਸਚ ਸਾਲਾਹੀ ਅਵਰ ਨ ਕੋਈ। ਜਿਤ ਸੇਵੀਐ ਸਦਾ ਸੁਖ ਹੋਈ। ਨਾਨਕ ਨਾਮ ਰਤੇ ਵਿਚਾਰੀ। ਸਚੋ ਸਚ ਕਮਾਵਣਿਆ। ਸਚ ਸਾਲਾਹੀ ਅਵਰ ਨ ਕੋਈ। ਜਿਤ ਸੇਵੀਐ ਸਦਾ ਸੁਖ ਹੋਈ। ਨਾਨਕ ਨਾਮ ਰਤੇ ਵਿਚਾਰੀ। ਸਚੋ ਸਚ ਕਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸੰਧਿਆ ਸਮੇਂ ਅਸੀਂ ਗੁਰੂ ਹਜ਼ੂਰ ਹਾਜ਼ਰ ਹੋਏ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਅਗਲੇਰੇ ਸਮੇਂ ਵਿੱਚ ਗੁਰਸ਼ਬਦ ਵਿਆਖਿਆ ਹੋਣੀ ਹੈ, ਜਿਸ ਅੰਦਰ ਲੜੀਵਾਰ ਜੋ ਸ਼ਬਦਾਂ ਦੀ ਵਿਆਖਿਆ ਹੁੰਦੀ ਹੈ।
ਅਸੀਂ ਮਾਝ ਰਾਗ ਵਿਚਾਰ ਰਹੇ ਹਾਂ। ਮਹਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਗੁਰੂ ਨਾਨਕ ਜੋਤ ਦੀ ਤੀਸਰੇ ਜਾਨਸ਼ੀਨ ਦੁਆਰਾ ਜੋ ਅਸ਼ਟਪਦੀਆਂ ਦੇ ਸ਼ਬਦ ਮਾਝ ਰਾਗ ਵਿੱਚ ਉਚਾਰੇ ਗਏ ਨੇ, ਉਹਨਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ। ਸਮੁੱਚਾ ਸ਼ਬਦ ਆਪ ਨੇ ਸਰਵਨ ਕੀਤਾ ਹੈ। ਵਿਚਾਰ ਪ੍ਰਾਰੰਭ ਕਰ ਰਹੇ ਹਾਂ, ਜੋ ਕਿ ਰਹਾਉ ਦਾ ਪਦਾ ਆ। ਰਹਾਉ ਦਾ ਮਤਲਬ ਠਹਿਰਾਓ, ਟਿਕਾਓ। ਐਂਡ ਇਨ ਟੂਡੇਜ਼ ਲੈਂਗੁਏਜ ਵੀ ਕੈਨ ਸੇ these lines are the thesis statement of this whole ਸ਼ਬਦ। ਇਹ ਪੂਰੇ ਸ਼ਬਦ ਦਾ ਮੇਨ ਆਈਡੀਆ ਕੈਰੀ ਕਰਦਾ ਆ। ਸੋ ਉਹਦੇ ਤੋਂ ਅਸੀਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਸਭ ਜ਼ਿਕਰ ਕਰਦੇ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਣ ਨਾ ਕੋਈ ਗੁਰਮਤੀ ਆਪ ਬੁਝਾਵਣਿਆ। ਰਹਾਓ ਹਉ ਵਾਰੀ ਜਿਉ ਵਾਰੀ, ਇਹ ਜਿਹੜੇ ਇੰਨਾ ਕੁ ਵਰਡਸ ਦਾ ਪੈਕੇਜ ਆਇਆ, ਇੰਨੇ ਕੁ ਜਿਹੜੇ ਲਫ਼ਜ਼ ਨੇ, ਇਹ ਹਰ ਸ਼ਬਦ ਦੇ ਰਹਾਉ ਪਦੇ 'ਚ ਦੁਹਰਾਏ ਜਾ ਰਹੇ ਨੇ। ਇਫ ਯੂ ਹੈਵ ਐਕਚੁਅਲੀ paid attention to the ਵਿਆਖਿਆ which we have done earlier। ਇਹਦਾ ਜਿਹੜਾ ਸਿੰਪਲ ਟਰਾਂਸਲੇਸ਼ਨ ਇਹ ਬਣਦੀ ਹੈ ਕਿ ਪੰਜਾਬੀ ਕਲਚਰ ਦੇ ਵਿੱਚ ਜਿਹੜਾ ਸਾਡਾ ਈਡੀਅਮ ਆ, ਮੁਹਾਵਰੇਦਾਰੀ, ਜਦੋਂ ਅਸੀਂ ਕਿਸੇ ਗੱਲ ਨੂੰ ਕਰਨਾ ਹੋਏ, ਕਈ ਵਾਰੀ ਅਸੀਂ ਮੁਹਾਵਰਾ ਯੂਜ਼ ਕਰਦੇ ਹਾਂ, ਅਤੇ ਕਿਸੇ ਨਾਲ ਬਹੁਤ ਸਨੇਹ ਹੋਏ, ਪਿਆਰ ਹੋਏ, ਖਲੂਸ ਹੋਏ, ਵੀ ਹੈਵ ਵੈਰੀ ਐਕਚੁਅਲੀ deep kind of attachment or respect to someone, that time we use these words. If you ask me, I can give my life for you। ਹਉ ਵਾਰੀ ਜਿਉ ਵਾਰੀ, ਮੈਂ ਆਪਣੀ ਜਾਨ ਤੇਰੇ ਤੋਂ ਵਾਰਨੇ ਕਰਦਾ ਹਾਂ, ਕੁਰਬਾਨ ਕਰਦਾ ਹਾਂ। ਭਾਵ ਮੇਰੇ ਆਪਣੀ ਜਾਨ ਵੀ ਉਨੀ ਵੈਲਿਊ ਨਹੀਂ ਰੱਖਦੀ ਜਿੰਨੀ ਤੇਰੀ ਵੈਲਿਊ ਹੈ ਮੇਰੇ ਵਾਸਤੇ। that is, ਮੈਂ ਤੈਨੂੰ ਇਸ ਲੈਵਲ ਦੀ ਇੰਪੋਰਟੈਂਸ ਤੇ ਇਸ ਲੈਵਲ ਦੀ ਅਹਿਮੀਅਤ ਦੇਣਾ ਆ। ਗੁਰੂ ਸਾਹਿਬ ਕਿਸ ਨੂੰ ਇੰਨੀ ਇੰਪੋਰਟੈਂਸ ਦੇ ਰਹੇ ਨੇ? ਗੁਰੂ ਸਾਹਿਬ ਕਿਹਨੂੰ ਇੰਨੀ ਹਾਈਐਸਟ ਰਿਸਪੈਕਟ ਪੇ ਕਰ ਰਹੇ ਨੇ? ਹਉ ਵਾਰੀ ਜਿਉ ਵਾਰੀ, ਗੁਰੂ ਸਾਹਿਬ ਇਜ਼ ਯੂਜ਼ਿੰਗ ਦੀਜ਼ ਵਰਡਸ ਫਾਰ ਹੂਮ, ਕਿਹਦੇ ਵਾਸਤੇ? ਅਗਲਾ ਜਿਹੜਾ ਸ਼ਬਦ ਆ ਉਹ ਦੱਸਦਾ ਆ। ਸਭ ਕਹਿੰਦੇ ਕਿ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ। ਰਾਮ ਰਮੀ ਹੋਈ ਹਸਤੀ, ਇਹਦੀ ਸਾਰੀ ਵਿਆਖਿਆ ਸਾਰੇ ਸ਼ਬਦ ਵਿੱਚ ਆ। ਜਿਹੜੀ ਐਗਜ਼ਿਸਟੈਂਸ ਆ, ਜਿਹੜੀ ਓਮਨੀ ਪ੍ਰੈਜ਼ੈਂਟ ਆ, ਉਸ ਹਸਤੀ ਨੂੰ, ਉਸ ਰੱਬ ਨੂੰ, ਰਾਮ ਨੂੰ ਨਾਮ ਮਨ ਵਸਾਵਣਿਆ, ਨਾਮ ਦੇ ਜ਼ਰੀਏ, ਸੋਚ ਦੇ ਜ਼ਰੀਏ, ਜਿਹਨੇ ਆਪਣੇ ਮਨ ਵਿੱਚ ਵਸਾ ਲਿਆ ਆ। ਪਰਸਨ who has totally inner association with omnipresent Almighty, ਉਸ ਬੰਦੇ ਤੋਂ ਮੈਂ ਆਪਣੀ ਜਾਨ ਵਾਰਦਾ ਹਾਂ। ਗੁਰੂ ਅਮਰਦਾਸ ਇਹ ਕਹਿ ਰਹੇ ਨੇ, ਜਿਨਨੇ ਹਰ ਵਕਤ ਹਰ ਸਮੇਂ ਉਹਦੀ ਪ੍ਰੈਜ਼ੈਂਸ ਨੂੰ ਇੰਜੋਏ ਕਰਨਾ ਸਿੱਖ ਲਿਆ ਆ। ਐਕਚੁਅਲ ਲੈਵਲ ਤੇ ਹੁੰਦਾ ਇਹ ਹੈ, ਸਮਟਾਈਮ we recite ਬਾਣੀ, we listen kirtan or any kind of religious writing, but still our mind is not present. We are doing something religiously, we are trying to do some kind of exercise to get a kind of blessing, you can say, or kind of a state of mind where we can enjoy the presence of Rabji, but still our mind is not present over there। ਜਿਹੜੀ ਇਹ ਖਾਸ ਕਰਕੇ ਇੱਕ ਸਾਡੇ ਅੰਦਰ ਇੱਕ ਡੁਐਲਿਟੀ ਦੀ ਹਾਲਤ ਆ, ਇਹ ਧਰਮ ਵਿੱਚ ਸਭ ਤੋਂ ਖਤਰਨਾਕ ਆ। ਬੰਦੇ ਕੱਲ ਪਾਠ ਕਰਦੇ ਸੀ, ਕਰਦਿਆਂ ਕਰਦਿਆਂ ਊਬ ਗਏ। ਮੀਨ they were totally bored, they were totally tired, nothing is happening instant, nothing is actually I'm not getting anything from it, so what's the meaning to do it? Then they totally actually quit these things। ਤੇ ਇਹ ਚੀਜ਼ਾਂ ਅਕਸਰ ਹੁੰਦੀਆਂ ਨੇ। ਜਿਹੜਾ ਏਥੀਜ਼ਮ ਆਇਆ ਹੈ, ਇਹਦੇ ਬਾਰੇ ਬਹੁਤ ਸਾਰੀਆਂ ਸਟੱਡੀਜ਼ ਵੀ ਆ ਗਈਆਂ ਨੇ। ਵੱਡੇ ਲੈਵਲ 'ਤੇ ਲੋਕ ਬਹੁਤ ਜਿਹੜੇ ਕੁਝ ਪੜ੍ਹੇ ਲਿਖੇ ਵੀ ਨੇ, ਚੰਗੇ ਹਿਊਮਨ ਬੀਇੰਗ ਨੇ, ਉਹ ਵੀ ਆ ਰਹੇ ਇਸ ਪਾਸੇ। ਬਿਕੋਜ਼ ਜੋ ਕੁਝ ਉਹਨਾਂ ਨੂੰ ਪ੍ਰੀਚ ਕੀਤਾ ਗਿਆ, ਦੱਸਿਆ ਗਿਆ,
when they try to do it, they're not getting any kind of taste or any kind of results. And then they realize it's just actually nonsense. It doesn't make sense. Leave it. But Guru Baba ji is saying here, ਜੇ ਕਿਤੇ ਕਿਸੇ ਨੂੰ ਇਹ ਚੀਜ਼ ਟੇਸਟ ਕਰਨੀ ਆ ਜਾਏ, ਮੈਂ ਉਹਦੇ ਤੋਂ ਆਪਣਾ ਆਪਾ ਕੁਰਬਾਨ ਕਰਦਾ. I am saying bravo to that individual. I am actually saying 100 respect or giving 100 respect to that individual. ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ, ਜਿਹਦੇ ਮਨ ਵਿੱਚ ਇਹ ਚੀਜ਼ ਆ ਗਈ ਹੈ. ਫਿਰ ਇਹਨੂੰ ਇਸ ਤਰੀਕੇ ਨਾਲ ਦੇਖਣਾ. ਜੇ ਮੈਂ ਰੈਸ਼ਨਲ ਸਾਈਡ ਤੋਂ ਗੱਲ ਕਰਾਂ ਤੇ ਸਾਡੀ ਦੁਨੀਆ ਦੇ ਵਿੱਚ ਕੋਈ ਤੁਸੀਂ ਸਪੋਰਟਸ ਲੈ ਲਓ, ਕੋਈ ਐਕਟੀਵਿਟੀ ਲੈ ਲਓ. ਸਪੋਜ਼ ਤੁਸੀਂ ਜਿਹੜਾ ਆ NBA ਦੀ ਗੇਮ ਦੇਖ ਰਹੇ ਹੋ, ਸਪੋਰਟਸ ਕੋਈ ਬਾਸਕਟਬਾਲ ਦੀ ਗੇਮ ਦੇਖ ਰਹੇ ਹੋ, ਤੇ ਤੁਸੀਂ ਦੇਖਦੇ ਹੋ ਕਿ ਇੱਕ ਇੰਡੀਵਿਜੂਅਲ ਕੋਈ 30 ਫੁੱਟ ਦੂਰ ਖੜਾ ਆ ਤੇ ਉੱਥੋਂ ਹੀ ਬਾਲ ਇਸ ਤਰੀਕੇ ਨਾਲ ਜਿਹੜਾ ਆ ਥਰੋ ਕਰਦਾ ਆ, ਐਂਡ ਦੈਟ ਬਾਲ ਗੋਜ਼ ਡਾਇਰੈਕਟਲੀ ਇਨਟੂ ਦ ਰਿੰਗ ਵਿਦਆਊਟ ਐਕਚੁਅਲੀ ਐਨੀ ਜਿਹੜਾ ਹੈਗਾ ਕਿਸੇ ਹਰਡਲ ਤੋਂ. ਤੇ ਤੁਸੀਂ ਕਹਿੰਦੇ ਹੋ ਵਾਓ ਦੈਟਸ ਕੂਲ, ਆਈ ਕੈਨ ਡੂ ਟੂ. ਠੀਕ ਹੈ ਜੀ, ਤੁਸੀਂ 2-4-5 ਵਾਰੀ ਪ੍ਰੈਕਟਿਸ ਕਰਦੇ ਹੋ ਤੇ ਸੋਚਦੇ ਹੋ ਵੀ 30-40 ਫੁੱਟ ਤੇ ਦੂਰ ਦੀ ਗੱਲ ਆ, ਕਈ ਵਾਰ ਤੇ 4-5 ਫੁੱਟ ਤੇ ਦੂਰ ਸੱਟੀ ਵਿੱਚ ਨਹੀਂ ਜਾਂਦੀ. ਸੋ ਦੈਨ ਵੀ ਐਕਚੁਅਲੀ ਇਫ ਵੀ ਕਮ ਔਨ ਏ ਪੁਆਇੰਟ ਔਰ ਕਮ ਔਨ ਐਕਚੁਅਲੀ ਕਾਈਂਡ ਆਫ ਜਿਹੜਾ ਹੈਗਾ ਅਸੀਂ ਇਸ ਨਿਰਣੇ 'ਤੇ ਆ ਜਾਈਏ, ਅਸੀਂ ਇਸ ਰਿਜ਼ਲਟ 'ਤੇ ਆ ਜਾਈਏ ਕਿ ਇਟਸ ਇੰਪੋਸੀਬਲ, ਇਹ ਨਹੀਂ ਹੋ ਸਕਦਾ, ਹੋ ਹੀ ਨਹੀਂ ਸਕਦਾ. ਬਟ ਐਟ ਦ ਸੇਮ ਟਾਈਮ ਅਸੀਂ ਵੇਖਦੇ ਹਾਂ ਹੁੰਦਾ ਆ, ਹੋ ਰਿਹਾ ਆ ਸਾਹਮਣੇ. ਇਹ ਕਿਵੇਂ ਹੋ ਗਿਆ? ਐਕਚੁਅਲੀ ਇਹਦੇ ਪਿੱਛੇ ਜਿਹੜੀ ਚੀਜ਼ ਕੰਮ ਕਰਦੀ ਹੈ ਉਹ ਹੈ ਕਿਸੇ ਦਾ ਡੈਡੀਕੇਸ਼ਨ. ਇਹਦੇ ਪਿੱਛੇ ਕੰਮ ਕਰਦੀ ਹੈ ਚੀਜ਼ ਕਿਸੇ ਦੀ ਲਗਾਤਾਰ ਟਾਇਰਲੈਸਲੀ ਲਗਾਤਾਰ ਐਫਰਟ, ਐਕਸਰਸਾਈਜ਼, ਪ੍ਰੈਕਟਿਸ, ਇਹ ਸਭ ਚੀਜ਼ਾਂ. ਉੱਥੇ ਤੇ ਇਹ ਹੈ ਕਿ ਜਿਹਨੇ ਸਪੋਰਟਸ ਵਿੱਚ ਜਾਣਾ ਉਹ ਕਰੇ, ਦੂਜੇ ਨੂੰ ਬੌਦਰ ਕਰਨ ਦੀ ਕੀ ਲੋੜ ਹੈ. ਪਰ ਲਾਈਫ ਜਿਹੜੀ ਹੈ, we all have life and we really want to enjoy it, then we cannot go away from this naam, from this spirituality, from this ਇਹ ਸਾਰਾ ਜਿਹੜਾ ਇਹ ਪੱਖ ਆ. ਕਿਉਂਕਿ ਇਹ ਤਾਂ ਨਹੀਂ ਨਾ ਹੋ ਸਕਦਾ ਕਿ ਬੰਦਾ ਸਾਹ ਤੇ ਲੈ ਰਿਹਾ ਹੈ ਪਰ ਉਹ ਸਾਹ ਲੈਣੇ ਉਹਦੇ ਵਾਸਤੇ ਮੀਨਿੰਗਲੈਸ ਨੇ. ਬੰਦਾ ਖਾ ਤੇ ਰਿਹਾ ਆ ਪਰ ਉਹ ਖਾਣਾ ਬੰਦੇ ਲਈ ਬਸ ਜਸਟ ਇੱਕ ਟਾਈਮ ਪਾਸ ਆ. ਬੰਦਾ ਰਹਿ ਤੇ ਰਿਹਾ ਆ, ਗੱਲਾਂ ਬਾਤਾਂ ਵੀ ਕਰ ਰਿਹਾ. ਬੰਦਾ ਪਰਸਨ ਇਜ਼ ਐਕਚੁਅਲੀ ਕਾਈਂਡ ਆਫ ਐਗਜ਼ਿਸਟਿੰਗ, ਬਟ ਐਟ ਦ ਸੇਮ ਟਾਈਮ ਲਿਵਿੰਗ ਇਜ਼ ਨਾਟ ਹੈਪਨਿੰਗ. ਨੋ, ਪਰਸਨ ਇਜ਼ ਨਾਟ ਲਿਵਿੰਗ ਐਕਚੁਅਲੀ. ਉਹਦਾ ਜਸਟ ਜਿਉਂਦਾ ਜ਼ਰੂਰ ਆ ਉਸ ਤਰੀਕੇ ਨਾਲ, ਪਰ ਜ਼ਿੰਦਗੀ ਨਹੀਂ ਹੋ ਰਹੀ, ਜ਼ਿੰਦਗੀ ਹੈਪਨ ਨਹੀਂ ਹੋ ਰਹੀ. ਇੱਥੇ ਜਾ ਕੇ ਫਿਰ ਦਿੱਕਤ ਆਉਂਦੀ ਹੈ. ਇਹ ਜਿਵੇਂ ਤੁਸੀਂ ਦੇਖੋਗੇ ਮੈਡੀਕਲ ਮਾਡਲ ਲੈ ਆਓ, ਬਾਇਓਲੋਜੀਕਲ ਮਾਡਲ ਲੈ ਆਓ, ਫਾਰਮਾਕੋਲੋਜੀਕਲ ਮਾਡਲ ਲੈ ਆਓ, ਐਨੀ ਕਾਈਂਡ ਆਫ, ਤੁਸੀਂ ਕਿਸੇ ਸਾਈਡ ਤੋਂ ਆ ਜਾਓ. ਸਾਡਾ ਜਿਹੜਾ ਹਿਊਮਨ ਸਟਰਕਚਰ ਹੈ, ਫਿਜ਼ੀਕਲ ਸਟਰਕਚਰ ਜਿਹੜਾ ਕੁਦਰਤ ਨੇ ਜਿਵੇਂ ਬਣਾਇਆ ਆ, ਇਵੋਲਵ ਹੋਇਆ ਸਾਰਾ. ਸਾਡਾ ਗਲਾ, ਗਰਾਸ, ਸਾਡੇ ਜਿਹੜੇ ਗਲੈਨ ਹੈਗੇ ਨੇ ਸਾਰੇ ਦੇ ਸਾਰੇ, ਇਹਨਾਂ 'ਚ ਇਸ ਕਿਸਮ ਦੇ ਸੈਂਸਸ ਪਾਏ ਨੇ. ਜਦੋਂ ਕੋਈ ਚੀਜ਼ ਖਾਂਦੇ ਆ, ਪੀਂਦੇ ਆ, ਉਹ ਰਾਈਟ ਵੇ ਡਿਟੈਕਟ ਕਰ ਜਾਂਦੇ ਨੇ ਵੀ ਕੀ ਚੀਜ਼ ਆ ਰਹੀ ਹੈ ਅਤੇ ਇਹਨੂੰ ਕਿਵੇਂ ਅਸੀਂ ਪ੍ਰੋਸੈਸ ਕਰਨਾ ਆ ਆਪਣੇ ਮੈਟਾਬੋਲਿਜ਼ਮ ਵਿੱਚ. ਸਾਰੇ ਟੋਟਲ ਪੂਰੀ ਸੈਂਸ ਹੈਗੀ, ਪੂਰੀ ਸਮਝ ਆ ਉਹਦੇ ਬਾਰੇ ਉਸ ਰੂਪ ਵਿੱਚ. ਇਹਦੇ ਬਾਰੇ ਬੜੀਆਂ ਸਾਰੀਆਂ ਸਟੱਡੀਜ਼ ਆਈਆਂ, ਪਤਾ ਲੱਗ ਰਿਹਾ ਹੈ ਕਿ ਇਫ ਐਨੀਥਿੰਗ ਡਜ਼ਨਟ ਬਿਲੋਂਗ ਫਰੋਮ ਦਿਸ ਸਿਸਟਮ or actually doesn't suitable to our physical structure, ਸਾਡਾ ਜਿਹੜਾ ਫਿਜ਼ੀਕਲ ਸਟਰਕਚਰ ਤੇ ਖਾਸ ਕਰਕੇ ਸਾਡੀਆਂ ਸੈਂਸਿਸ ਨੇ, ਇਹ ਉਹਨੂੰ ਉਹਦੇ ਉੱਤੇ ਰਿਐਕਟ ਕਰਦੀਆਂ ਨੇ. ਉਹਨੂੰ ਜਿਹੜਾ ਆ ਬਿਲਕੁਲ ਉਹਨੂੰ ਵੈਲਕਮ ਨਹੀਂ ਕਰਦੀਆਂ. ਜਿਵੇਂ ਜਿੰਨੇ ਵੀ ਇਲਿਸਿਟ ਡਰੱਗਸ ਅਸੀਂ ਕਹਿੰਦੇ ਹੈਗੇ ਆ, ਜਾਂ ਈਵਨ ਐਨੀ ਕਾਈਂਡ ਆਫ ਕੈਮੀਕਲਸ ਕਹਿੰਦੇ ਹੈਗੇ ਆ, ਐਥਨਲ ਕੈਮੀਕਲ ਤੋਂ ਲੈ ਲਓ, ਜਿਹਨੂੰ ਅਲਕੋਹਲ ਕਹਿ ਲਿਆ ਜਾਂਦਾ ਹੈ, ਸਾਰਿਆਂ ਤੋਂ ਬੰਦਾ ਜਿਵੇਂ ਮੂੰਹ 'ਚ ਪਾਏਗਾ, ਅੰਦਰ ਇੱਕਦਮ ਜਿਹੜੇ ਸਾਡੇ ਜਿਹੜੇ ਸੈਂਸਿਸ ਨੇ ਇੱਕਦਮ ਕਹਿਣਗੇ ਵੀ ਨੋ ਦੈਟਸ these thing doesn't belong from us, so throw it out, ਇਹਨੂੰ ਬਾਹਰ ਸੱਟੋ.
ਇਸੇ ਕਰਕੇ ਲੋਕ ਜਦੋਂ ਨਸ਼ਾ ਵਗੈਰਾ ਕਰਦੇ ਨੇ ਪਹਿਲੀ ਵਾਰ ਦੂਜੀ ਵਾਰ ਜਾਂ ਬਹੁਤ ਜ਼ਿਆਦਾ ਕਰਦੇ ਨੇ ਕਿਸੇ ਲੈਵਲ 'ਤੇ ਵੀ, ਉਹ ਅਕਸਰ ਜਿਹੜਾ ਹੈਗਾ ਉਲਟੀ ਆ ਜਾਂਦੀ ਹੈ, ਕਿਉਂਕਿ ਪੋਇਜ਼ਨ ਹੈ ਉਹਦਾ, ਬਾਡੀ ਉਸ ਲੈਵਲ 'ਤੇ ਐਕਸੈਪਟ ਕਰਨ ਨੂੰ ਤਿਆਰ ਨਹੀਂ ਉਸ ਨੂੰ। ਫਿਰ ਅਸੀਂ ਉਹਨਾਂ ਸਿਸਟਮ ਦੇ ਨਾਲ ਪਲੇ ਕਰਦੇ ਹਾਂ, ਮਤਲਬ ਲੋਕ ਐਥਨਲ ਕੈਮੀਕਲ ਜਿਹੜਾ ਆ ਉਹ ਇੰਨਾ ਕੁ ਯੂਜ਼ ਕਰਨਗੇ, ਵਿੱਚ ਜੂਸ ਯੂਜ਼ ਕਰਨਗੇ, ਪਾਣੀ ਪਾਣਗੇ, ਇਹੋ ਜਿਹੀਆਂ ਚੀਜ਼ਾਂ, ਤਾਂ ਕਿ ਉਹਨੂੰ ਪਤਾ ਨਾ ਲੱਗੇ, ਉਹਨੂੰ ਕਿਸੇ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਮਿਸਗਾਈਡ ਕਰੀਏ, ਮਿਸਲੀਡ ਕਰੀਏ। ਈਵਨ ਫਿਰ ਸਾਡਾ ਮੈਟਾਬੋਲਿਜ਼ਮ ਵੀ ਜਿਹੜਾ ਹੈਗਾ ਆ ਉਹ ਵੀ ਉਹਨੂੰ ਜਲਦੀ ਤੋਂ ਜਲਦੀ ਸਿਸਟਮ ਤੋਂ ਆਊਟ ਕਰਨਾ ਚਾਹੁੰਦਾ ਆ, ਟੇਕ ਇਟ ਆਊਟ, ਬਿਕੋਜ਼ ਇੱਥੋਂ ਬਿਲੋਂਗ ਨਹੀਂ ਕਰਦਾ ਇਹ ਚੀਜ਼। ਪਰ ਫਿਰ ਅਸੀਂ ਕਹਿੰਦੇ ਨਹੀਂ ਹੋਰ ਲੈ ਲਾਂਗੇ, ਆਪਾਂ ਇਨਟੇਕ ਓਵਰ ਕਰ ਲਾਂਗੇ, ਆਪਾਂ ਉਸ ਤਰੀਕੇ ਨਾਲ ਕਰਦੇ ਹਾਂ ਸਾਰਾ ਕੁਛ। ਜਦੋਂ ਸਾਡਾ ਇਹ ਸਭ ਚੀਜ਼ਾਂ ਅਲਾਓ ਨਹੀਂ ਕਰ ਰਹੀਆਂ, ਇਹਦੇ ਖਿਲਾਫ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਰਿਬੈਲ ਕਰਦੀਆਂ ਨੇ, ਫਿਰ ਵੀ ਬੰਦਾ ਲੈ ਰਿਹਾ ਆ, ਕੁਛ ਤੇ ਕਾਰਨ ਹੋਏਗਾ। ਉਹਦਾ ਕਾਰਨ ਇਹ ਹੈ ਜਿਹੜੀ ਹੋਸ਼ੋ ਹਵਾਸੀਅਤ ਆ, ਜਿਹਨੂੰ ਅਸੀਂ ਕਹਿੰਦੇ ਹਾਂ ਜਿਹੜੀ ਅਵੇਅਰਨੈਸ ਆ ਕਿ ਆਈ ਐਮ ਐਗਜ਼ਿਸਟਿੰਗ, I am breathing, I am eating, I am actually walking, everything, every activity is happening, but at the same time, I am not living. Why? ਜ਼ਿੰਦਗੀ ਨਹੀਂ ਹੋ ਰਹੀ, ਘਟਤ ਨਹੀਂ ਹੋ ਰਿਹਾ। ਜਿਹੜਾ ਸਾਹ ਲੈਣ ਦਾ ਨਸ਼ਾ ਆ ਉਹ ਨਹੀਂ ਆ ਰਿਹਾ, ਜਿਹੜਾ ਉਸ ਖਾਣ ਤੋਂ ਬਾਅਦ ਅੰਦਰ ਇੱਕ ਬੰਦੇ ਦੇ ਅੰਦਰ ਇੱਕ ਖਾਸ ਕਿਸਮ ਦਾ ਅਹਿਸਾਸ ਆਉਣਾ ਆ ਫੁਲਫਿਲਮੈਂਟ ਦਾ, ਉਹ ਨਹੀਂ ਆ ਰਿਹਾ। ਜਦੋਂ ਆਲੇ ਦੁਆਲੇ ਗੱਲਬਾਤ ਕਰਦਾ, ਵਿਚਰਦਾ ਆ, ਜਦੋਂ ਸਨੇਹ ਦੇ ਨਾਲ ਵੰਡਦਾ ਹੈ ਇਸ ਤਰੀਕੇ ਨਾਲ, we share actually love and affection in our surroundings. It's not happening. In some areas, I am not actually a receiver or I am not perceiving anything, and some areas, people are no receptor from my side. Then why actually ਸਾਰੇ ਹੋ ਕੀ ਰਿਹਾ ਆ? ਉੱਥੇ ਜਾ ਕੇ ਫਿਰ ਬੰਦੇ ਨੂੰ ਨਸ਼ਾ ਵੀ ਚਾਹੀਦਾ ਆ, ਸਲੀਪਿੰਗ ਪਿਲਸ ਵੀ ਚਾਹੀਦੇ ਨੇ, ਇੱਕ ਇਹੋ ਜਿਹੀ ਦੁਨੀਆ ਵੀ ਚਾਹੀਦੀ ਹੈ ਜਿਹੜੀ ਕੰਮਕਾਰ ਤੋਂ, ਪਰਿਵਾਰ ਤੋਂ ਭੁਲਾ ਦੇ, ਇੰਟਰਟੇਨਮੈਂਟ ਕਹਿ ਲਵੋ, ਉਹ ਇਹੋ ਜਿਹੀਆਂ ਲੇਜਰ ਐਕਟੀਵਿਟੀ ਚਾਹੀਦੀਆਂ ਨੇ ਜਿਹੜੀਆਂ ਸਭ ਕੁਝ ਭੁਲੋ ਕੇ ਇੱਕ ਵੱਖਰੀ ਦੁਨੀਆ 'ਚ ਬੰਦਾ ਚਲਾ ਜਾਏ, ਕਿਉਂਕਿ ਕਿਸੇ ਤਰੀਕੇ ਨਾਲ ਉਹ ਟਾਈਮ ਪਾਸ ਕਰ ਰਿਹਾ ਆ। ਭਾਈ ਐਵੇਂ ਕਿਉਂ ਕਰਨਾ ਆ? ਜ਼ਿੰਦਗੀ ਜੀ, ਮਾਣ ਹੰਡਾ, ਹਰ ਪਲ ਹੰਡਾ। ਜਿਸ ਸਵਿਟਸ ਰਾਈਟਰ ਨੇ ਇੱਕ ਸਬਜੈਕਟ ਵੈਸਟਰਨ ਵਰਲਡ 'ਚ ਇੰਟਰੋਡਿਊਸ ਕੀਤਾ ਸੀਗਾ, ਪਰਸਨੈਲਿਟੀ ਡਿਵੈਲਪਮੈਂਟ, ਉਹਦੀ ਆਪਣੀ ਡਾਇਰੀ ਸੀਗੀ ਜਿਹੜੀ ਉਹਨੇ ਕੋਈ 8 ਸਾਲ ਦੀ ਉਮਰ 'ਚ ਸ਼ੁਰੂ ਕੀਤੀ, ਤੇ ਵੈਨ ਹੀ ਵਾਜ਼ ਕ੍ਰੋਸਿੰਗ ਅਰਾਊਂਡ 60s, that time he go through with the whole diary and he realize, oh my gosh, life wasn't happening at all. Just actually I was going through with the day and nights, and I was going through some activities. There wasn't any life. ਜ਼ਿੰਦਗੀ ਕਿੰਨੀ ਘਟਿਤ ਹੋਈ ਸਾਰੇ ਦੀ ਸਾਰੀ। ਫਿਰ ਉਹਨੇ ਕਿਹਾ ਵੀ ਸਮਥਿੰਗ ਇਜ਼ ਮਿਸਿੰਗ ਓਵਰ ਹੇਅਰ। ਫਿਰ ਉਹਨੇ ਕਿਹਾ ਬਾਕੀ ਸਾਰੀਆਂ ਚੀਜ਼ਾਂ ਦੀ ਡਿਵੈਲਪਮੈਂਟ ਤੇ ਗੱਲ ਹੋ ਰਹੀ ਹੈ, ਸਿਟੀਜ਼ ਵਧੀਆ ਡਿਵੈਲਪ ਕਰ ਦਿਓ, ਜਿਹੜਾ ਹੈਗਾ ਵਧੀਆ ਟੈਕਨੋਲੋਜੀ ਡਿਵੈਲਪਮੈਂਟ ਲਿਆਂਦੀ ਜਾਏ, ਨਵੇਂ ਤੋਂ ਨਵੇਂ ਮੈਡੀਕਲ ਮਾਡਲ ਇੰਟਰੋਡਿਊਸ ਕਰੋ, ਸਭ ਚੀਜ਼ਾਂ। ਹਾਊ ਅਬਾਊਟ ਪਰਸਨੈਲਿਟੀ ਡਿਵੈਲਪਮੈਂਟ? ਹਿਊਮਨ ਪਰਸੋਨਾ ਜਿਹੜਾ ਆ ਉਹਨੂੰ ਐਜ਼ ਏ ਹੋਲ ਉਹਦੀ ਕਿਉਂ ਨਾ ਉਸਾਰੀ ਕੀਤੀ ਜਾਏ। ਸੋ ਇਹੋ ਜਿਹੀਆਂ ਚੀਜ਼ਾਂ ਆਈਆਂ ਇਸ ਲੈਵਲ 'ਤੇ। ਹਾਲਾਂਕਿ ਉਹ ਇੱਕ ਵੈਸਟਰਨਾਈਜ਼ ਮਾਡਲ ਸੀਗਾ ਯੂਰੋਸੈਂਟਰਿਕ ਅਪਰੋਚ ਦੇ ਨਾਲ। ਜਦੋਂ ਅਸੀਂ ਆਪਣੇ ਘਰ ਵਿੱਚ ਆਉਂਦੇ ਹਾਂ ਤਾਂ ਗੁਰੂ ਬਾਬਾ ਜੀ ਸਾਨੂੰ ਬਿਲਕੁਲ ਇੱਕ ਹਿਊਮਨ ਬੀਇੰਗ ਦੇ ਤੌਰ 'ਤੇ ਵੀ ਜਿਹੜੀ ਪੋਟੈਂਸ਼ੀਅਲ ਹੈ ਸਾਡੇ ਵਿੱਚ ਐਜ਼ ਏ ਹਿਊਮਨ, ਅਸੀਂ ਉਹਨੂੰ ਪੂਰੀ ਤਰ੍ਹਾਂ ਇੰਜੋਏ ਕਰੀਏ, ਮਾਣੀਏ। ਜਿਹੜੀਆਂ ਲਾਈਫ ਦੀਆਂ ਪੋਸੀਬਿਲਿਟੀ ਸਾਡੇ ਜੀਵਨ ਦੇ ਨਾਲ ਆਈਆਂ ਨੇ ਉਹਨਾਂ ਨੂੰ ਅਸੀਂ ਉਸ ਥ੍ਰੈਸ਼ਹੋਲਡ ਨੂੰ ਟੱਚ ਕਰ ਸਕੀਏ। ਅਤੇ ਉਹਦੇ ਲਈ ਗੁਰੂ ਸਾਹਿਬ ਨੇ ਜਿਹੜਾ ਪਾਥ ਦਿੱਤਾ ਆ, ਉਹ ਪਾਥ ਨਾਮ ਦਾ ਆ, ਉਹ ਪਾਥ ਸਿਮਰਨ ਦਾ ਆ, ਉਹ ਪਾਥ ਸੈਲਫ ਰਿਅਲਾਈਜੇਸ਼ਨ ਦਾ ਆ, ਉਹ ਪਾਥ ਸੈਲਫ ਅਵੇਅਰਨੈਸ ਦਾ ਆ, ਆਪਣੇ ਆਪ ਨੂੰ ਅੰਡਰਸਟੈਂਡ ਕਰਨ ਦਾ ਆ। ਇਹ ਸਭ ਚੀਜ਼ਾਂ ਨਾਮ ਵਿੱਚ ਹੀ ਆਉਂਦੀਆਂ ਨੇ। ਅਤੇ ਗੁਰੂ ਬਾਬਾ ਜੀ ਕਹਿੰਦੇ ਜਿਨ੍ਹਾਂ ਨੇ ਇਹ ਸਟੈਪਸ ਫੋਲੋ ਕੀਤੇ ਨੇ, ਜਿਨ੍ਹਾਂ ਨੇ ਇਹਨਾਂ ਸਟੈਪਸ ਨੂੰ ਜਿਹੜਾ ਹੈਗਾ ਇਹ ਫੁੱਟਪ੍ਰਿੰਟਸ 'ਤੇ ਤੁਰ ਪਏ ਨੇ, ਮੈਂ ਉਹਨਾਂ ਤੋਂ ਆਪਣੀ ਜਾਨ ਵਾਰਦਾ ਹਾਂ। ਦੇ ਆਰ ਰੀਅਲ ਹਿਊਮਨ ਬੀਇੰਗ, ਦੇ ਐਕਚੁਅਲੀ enjoy the real essence of life. So that's why I say bravo to them. ਹਉ ਵਾਰੀ ਜਿਉ ਵਾਰੀ ਹਰ ਨਾਮ ਮਨ ਵਸਾਵਣਿਆ, ਤਿਸ ਰੂਪ ਨਾ ਰੇਖਿਆ ਵਰਣ ਨਾ ਕੋਈ। ਤੇ ਬਾਬਾ ਜੀ ਏਡੀ ਵੱਡੀ ਕਿਹੜੀ ਗੱਲ ਆ? ਰੱਬ 'ਚ ਲੋਕੀ ਵਿਸ਼ਵਾਸ ਕਰਦੇ, ਉਹਨੂੰ ਫੋਲੋ ਕਰਦੇ, ਉਹਨੂੰ ਇੰਜੋਏ ਕਰਦੇ, ਦੈਟਸ ਹੈਪਨਿੰਗ, ਦੈਟਸ ਓਕੇ। ਪਰ ਬਾਬਾ ਜੀ ਕਹਿੰਦੇ ਨਹੀਂ, ਇਹ ਉਹ ਗੱਲ ਨਹੀਂ ਹੈ
ਕਿਸੇ ਨੇ ਰੱਬ ਦੀ ਮੂਰਤੀ ਬਣਾ ਲਈ, ਸਟੈਚੂ ਬਣਾ ਲਿਆ, ਕਿਸੇ ਨੇ ਬਾਹਰ ਸਟੈਚੂ ਨਹੀਂ ਬਣਾਇਆ, ਕੋਈ ਇਮੈਜਨਰੀ ਇੱਕ ਪਿਕਚਰ ਬਣਾ ਲਈ। ਅੱਜ ਕੱਲ੍ਹ ਦੇਖਦੇ ਹਾਂ ਮੈਡੀਟੇਸ਼ਨ ਦੇ ਡਿਫਰੈਂਟ ਸਕੂਲਸ ਚੱਲਦੇ ਨੇ, ਮੈਂ ਬਹੁਤ ਸਾਰਿਆਂ 'ਚ ਖੁਦ ਵੀ ਪਾਰਟੀਸਪੇਟ ਕਰਕੇ ਦੇਖਿਆ ਆ। ਅਤੇ ਉਹ ਹੁੰਦਾ ਕਿ ਇਲਿਊਜ਼ਨ ਕ੍ਰੀਏਟ ਕੀਤੇ ਜਾ ਰਹੇ ਨੇ, ਬੰਦੇ ਨੂੰ ਕਿਹਾ ਜਾ ਰਿਹਾ ਕਿ ਓਕੇ ਫੋਕਸ ਔਨ ਯੂਰ ਬਰੀਥਿੰਗ ਐਂਡ ਦੈਨ ਸਮਵਨ ਇਜ਼ ਸੇਇੰਗ, ਐਸਕੌਟ ਕਰ ਰਿਹਾ ਗਰੁੱਪ ਨੂੰ, ਐਸਕੌਟ ਕਰਨ ਦੇ ਦੌਰਾਨ ਉਹਦੇ ਜਿਹੜੇ ਵਰਡ ਨੇ ਹਿਪਨੋਟਾਈਜ਼ ਹੋ ਰਹੇ ਨੇ ਲੋਕ, ਇਹ ਸਭ ਚੀਜ਼ਾਂ। ਅਤੇ ਬੰਦਾ ਇੱਕ ਟਰੈਪ ਵਿੱਚੋਂ ਨਿਕਲ ਕੇ ਦੂਜੇ ਟਰੈਪ 'ਚ ਫਸ ਰਿਹਾ ਆ। ਅਤੇ ਡੀਪ ਲੈਵਲ 'ਤੇ ਜਾ ਕੇ ਦੇਖੋਗੇ ਜਿਹੜੀ ਉਹਦੇ ਵਿੱਚ ਇੱਕ ਅਟੋਨਮੀ ਆਉਣੀ ਚਾਹੀਦੀ ਉਹ ਨਹੀਂ ਆ ਰਹੀ, ਬਲਕਿ ਇੱਕ ਸੈਕਟ ਡਿਵੈਲਪ ਹੋ ਰਿਹਾ। ਇੱਕ ਆਹ ਸੈਕਟ ਹੈ, ਇੱਕ ਆਹ ਸੈਕਟ ਹੈ, ਇੱਕ ਆਹ ਸੈਕਟ ਹੈ, ਇੱਕ ਆਹ ਸੈਕਟ ਹੈ। ਇਸ ਤਰੀਕੇ ਦੇ ਨਾਲ ਸਿੱਖੀ ਇਸ ਸਾਰੇ ਜਿਹੜਾ ਸੈਕਟਿਜ਼ਮ ਆ, ਜਿਹੜਾ ਸਾਰਾ ਕਲਟ ਹੈ, ਇਹਨੂੰ ਤੋੜਦੀ ਹੈ। ਉਹ ਕਹਿੰਦੀ ਹੈ ਬੰਦਾ ਬਿਲਕੁਲ ਜਿਹੜਾ ਹੈ ਉਸ ਕਾਦਰ ਦੀ ਕੁਦਰਤ ਤੇ ਕੁਦਰਤ ਬਣਾਉਣ ਵਾਲੇ ਉਸ ਕਾਦਰ ਨਾਲ ਆਪ ਆਤਮਸਾਤ ਹੋ ਜਾਏ। ਇਹ ਸਭ ਕੁਝ ਕਿਵੇਂ ਹੋਏਗਾ? ਕਿਉਂਕਿ ਉਹਦਾ ਕੋਈ ਰੂਪ ਰੇਖਾ ਤੇ ਹੈ ਨਹੀਂ, ਕੋਈ ਰੰਗ ਰੂਪ ਤੇ ਹੈ ਨਹੀਂ, ਸ਼ਕਲ ਸੂਰਤ ਤੇ ਹੈ ਨਹੀਂ। ਇਹ ਇੱਕ ਲੈਵਲ ਤੇ ਬੰਦੇ ਨੂੰ ਹਾਰਡ ਵੀ ਲੱਗਦਾ ਆ। ਗੁਰੂ ਅਮਰਦਾਸ ਸਾਹਿਬ ਇਸ ਕਰਕੇ ਇੱਥੇ ਬਿਆਨ ਕਰਦੇ, ਮੈਂ ਵਾਰਨੇ ਤਾਂ ਜਾਣਾ ਉਹਨਾਂ ਤੋਂ ਕਿਉਂਕਿ ਉਹਨਾਂ ਨੇ ਤਿਸ ਰੂਪ ਨਾ ਰੇਖਿਆ ਵਰਣ ਨਾ ਕੋਈ। ਉਹਦਾ ਕੋਈ ਰੂਪ ਰੇਖਾ ਤਾਂ ਹੈ ਨਹੀਂ ਜਿਹਦੇ ਨਾਲ ਉਹਨਾਂ ਨੇ ਐਸੋਸੀਏਸ਼ਨ ਬਣਾਈ ਹੈ, ਜਿਹੜੇ ਲੋਕ ਵਾਕਿਆ 'ਚ ਅਵੇਅਰ ਹੋ ਗਏ ਨੇ। ਪੀਪਲ ਹੂ ਆਰ ਏਬਲ ਟੂ ਲਿਵ ਲਾਈਫ ਐਜ਼ ਏ ਯੂ ਕੈਨ ਸੇ ਹਿਊਮਨ ਬੀਇੰਗ 100% ਐਜ਼ ਏ ਔਨ ਹਿਊਮੈਨਿਟੇਰੀਅਨ ਜਿਹੜਾ ਲੈਵਲ, ਉਹਨਾਂ ਬਾਬਤ ਬਾਤ ਕੀਤੀ। ਤੇ ਕਿਹਾ ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਜੋੜਿਆ, ਕਿਉਂਕਿ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਹਾਂ ਗੁਰਮਤੀ ਆਪ ਬੁਝਾਵਣਿਆ। ਗੁਰਮਤੀ ਆਪ ਬੁਝਾਵਣਿਆ ਸਾਡੇ ਅੰਦਰ ਜਿਹੜੀ ਇੰਟਲੈਕਚੁਅਲ ਐਬਿਲਿਟੀ, ਇੰਟਲੈਕਟ ਆ, ਉਹ ਕੁਛ ਚੀਜ਼ਾਂ ਨੂੰ ਸਮਝਣ ਵਿੱਚ ਸਾਡੀ ਮਦਦ ਕਰਦਾ ਆ। ਪਰ ਅਨਫੋਰਚੂਨੇਟਲੀ ਕਈ ਵਾਰ ਉਹੀ ਸਾਡੇ ਵਾਸਤੇ ਇੱਕ ਵੱਡਾ ਹਰਡਲ ਵੀ ਬਣ ਜਾਂਦਾ ਹੈ। ਬੰਦੇ ਨੂੰ 2 4 10 ਕਿਤਾਬਾਂ ਪੜ੍ਹਨੀਆਂ ਆ ਜਾਣ, ਚੰਗੀ ਤਰ੍ਹਾਂ ਗੱਲ ਕਰਨੀ ਆ ਜਾਏ। ਅੱਜ ਕੱਲ੍ਹ ਤਾਂ ਮੈਂ ਸਿੰਪਲ ਕਹਿਣਾ, ਇਫ ਐਨੀ ਇੰਡੀਵਿਜੂਅਲ ਇਜ਼ ਏਬਲ ਟੂ ਅਰਨ ਹਿਜ਼ ਔਰ ਹਰ ਓਨ ਐਕਚੁਅਲੀ ਬ੍ਰੈਡ ਬਟਰ ਪ੍ਰੋਪਰਲੀ, ਇੰਨੇ ਦੇ ਨਾਲ ਹੀ ਬੰਦੇ ਦੇ ਵਿੱਚ ਐਰੋਗੈਂਸ ਆ ਜਾਣੀ, ਇਹ ਮਾਮੂਲੀ ਗੱਲ ਹੈ। ਬੰਦਾ ਹੁੰਦਾ ਆ ਅਕਸਰ, ਮੈਂ ਘਰਾਂ ਥਾਵਾਂ 'ਤੇ ਦੇਖਦਾ ਆ, ਫਸਟ ਜਨਰੇਸ਼ਨ ਫੈਕਟਰੀਆਂ 'ਚ ਕੰਮ ਕੀਤੀਆਂ, ਔਡ ਜੌਬਸ ਕੀਤੀਆਂ, ਡਰਾਈਵਿੰਗ ਕੀਤੀ, ਟੈਕਸੀਆਂ ਚਲਾਈਆਂ, ਟਰੱਕ ਚਲਾਏ, ਮਜ਼ਦੂਰੀਆਂ ਕੀਤੀਆਂ, ਬੱਚਿਆਂ ਨੂੰ ਮਤਲਬ ਹਰ ਤਰ੍ਹਾਂ ਦੀ ਹਰ ਜਿਹੜੀ ਹੈ ਫੈਸਿਲਿਟੀ ਪ੍ਰੋਵਾਈਡ ਕੀਤੀ ਉਹਨਾਂ ਨੂੰ, ਪਿੱਲੋ ਫੜੋ ਤੁਸੀਂ ਪੜ੍ਹ ਲਓ ਕਿਸੇ ਤਰੀਕੇ ਦੇ ਨਾਲ। ਹੁਣ ਇਤਨਾ ਜ਼ਿਆਦਾ ਉਹਨਾਂ ਨੂੰ, ਤੇ ਉਹਨਾਂ ਦਾ ਫੋਕਸ ਕੀ ਸਿਰਫ ਆਪਣਾ ਕੈਰੀਅਰ ਬਣਾਉਣ 'ਤੇ। ਉਹ ਕੈਰੀਅਰ ਬਣਾ ਕੇ ਗ੍ਰੇਡ 12 ਕਰ ਲਿਆ, 4 ਸਾਲ ਦੀ ਡਿਗਰੀ ਲੈ ਲਈ, ਸਾਲ ਹੋਰ ਲਗਾਇਆ, ਇੱਕ ਡਿਗਰੀ ਹੋਰ ਲੈ ਲਈ, 1 2 ਡਿਗਰੀਜ਼ ਆ ਗਈਆਂ, ਚੰਗੀ ਕਿਤੇ ਜੋਬ ਐਕਸਪੋਜ਼ਰ ਮਿਲ ਗਿਆ, ਨਾਰਥ ਅਮਰੀਕਨ ਮਾਰਕੀਟ ਹੈਗੀ ਇਸ ਕਿਸਮ ਦੇ ਨਾਲ, ਅਤੇ ਉਹ 100,000 ਜਿਹੜਾ ਹੈਗਾ ਉਹ ਕੇ ਬਣਾਉਣ ਦੇ ਨੇੜੇ ਚਲਾ ਗਿਆ। ਉਹਦੇ ਉਹੋ ਜਿਹੀ ਬਾਤ ਹੋਈ, ਅਤੇ ਹੁਣ ਉਹਨੂੰ ਇਹ ਲੱਗ ਰਿਹਾ ਕਿ ਮਾਈ ਪੇਰੈਂਟਸ ਦੇ ਆਰ ਨਥਿੰਗ, ਦੇ ਡੋਂਟ ਨੋ ਐਨੀਥਿੰਗ। ਉਹ ਜੇ ਕਿਤੇ ਗੱਲ ਵੀ ਹੁੰਦੀ ਤਾਂ ਉਹਨਾਂ ਨੂੰ ਕਹਿੰਦੇ ਆ ਤੁਹਾਨੂੰ ਕੀ ਪਤਾ ਆ, ਯੂ ਗਾਇਜ਼, ਇੱਥੋਂ ਗੱਲ ਸ਼ੁਰੂ ਹੁੰਦੀ, ਯੂ ਗਾਇਜ਼ ਡੋਂਟ ਨੋ ਐਨੀਥਿੰਗ। ਜਿੰਨਾ ਤੁਸੀਂ ਬਣਾਇਆ ਨਾ, ਵਟ ਯੂ ਹੈਵ ਮੇਡ ਅੰਟਿਲ ਐਕਚੁਅਲੀ ਨਾਓ ਇਨ ਯੂਰ ਹੋਲ ਐਕਚੁਅਲੀ ਲਾਈਫ, ਆਈ ਕੈਨ ਐਕਚੁਅਲੀ ਮੇਕ ਇਨ ਜਸਟ ਫਿਊ ਈਅਰਸ, ਆਈ ਕੈਨ ਮੇਕ ਇਨ 3 ਈਅਰਸ। ਤੁਹਾਡੀ ਜਿੰਨਾ ਤੁਸੀਂ ਇੱਥੋਂ ਤੱਕ ਕਿ ਮੈਂ ਤਾਂ ਕਈ ਵਾਰ ਬੱਚਿਆਂ ਨਾਲ ਦੇਖਿਆ ਆ, ਓਕੇ ਗਿਵ ਮੀ ਦ ਹੋਲ ਐਕਚੁਅਲੀ ਜਿਹੜੀ ਹੈਗੀ ਹੈ ਜਿਹਨੂੰ ਕਿ ਨੋਟਿਸ ਆਫ ਅਸੈਸਮੈਂਟ, let we calculate, you guys have made until now from last 20 years 15 years that much, I'm already making that much। ਹੁਣ ਜਿਹੜਾ ਐਰੋਗੈਂਟ ਲੈਵਲ ਆ, ਉਹਦਾ ਹੰਕਾਰ ਦਾ ਲੈਵਲ ਹੈ, ਕਿੱਥੇ ਆ ਜਾਏਗਾ ਉਹਦਾ? ਹੁਣ ਇਹੋ ਜਿਹੇ ਸ਼ਖਸ ਨੂੰ ਤੁਸੀਂ ਕਹੋਗੇ ਕਿ ਤੂੰ ਜਿਹੜਾ ਆ ਜ਼ਿੰਦਗੀ ਮਾਣਨੀ, ਕਿੱਥੇ ਮਾਣ ਸਕੇਗਾ? ਜਿਨ੍ਹਾਂ ਨੇ ਆਪਣਾ ਬਲੱਡ ਤੇ ਸਵੈਟ ਪਾ ਕੇ ਉਹਨੂੰ ਇੱਥੋਂ ਤੱਕ ਲਿਆਂਦਾ ਹੈ, ਉਹਨੂੰ ਨਹੀਂ ਦੇਖ ਪਾ ਰਿਹਾ। ਉਹ ਬਹੁਤ ਇੱਕ ਬਾਣੀ ਬਹੁਤ ਹਾਇਰ ਲੈਵਲ ਦੀ ਗੱਲ ਕਰਦੀ ਹੈ, ਪਰ ਇਸ ਐਜ਼ ਏ ਹਿਊਮਨ ਬੀਇੰਗ ਕਈ ਵਾਰ ਬੰਦਾ ਸੋਚਦਾ ਆ ਜਿਹਨੂੰ ਦੁੱਖ ਆ, ਜਿਹਨੂੰ ਤਕਲੀਫ ਆ, ਜਿਹਨੂੰ ਕੁਝ ਪ੍ਰਾਪਤ ਨਹੀਂ ਹੋ ਰਿਹਾ, ਉਹ ਬੰਦਾ ਸਫਰ ਕਰ ਰਿਹਾ। ਐਕਚੁਅਲੀ ਨੋ ਡਾਊਟ ਉਹਨਾਂ ਦੀ ਸਫਰਿੰਗ ਹੈ, ਪਰ ਉਹ ਡਿਫਰੈਂਟ ਲੈਵਲ ਦੀ ਹੈ। ਪਰ ਜਿਹਨੂੰ ਸਭ ਕੁਝ ਮਿਲ ਰਿਹਾ, ਸਾਡੇ ਨਾਰਥ ਅਮਰੀਕਨ ਸੁਸਾਇਟੀ ਦੇ ਵਿੱਚ ਇੱਥੇ ਜਿੰਨੀ ਮੈਂਟਲ ਹੈਲਥ ਦੇ ਇਸ਼ੂਜ਼ ਨੇ, ਜਿੰਨੀਆਂ ਪ੍ਰੋਬਲਮਸ ਚੱਲ ਰਹੀਆਂ ਨੇ, ਮਤਲਬ ਆਏ ਦਿਨ ਤੁਸੀਂ ਹੋਮੋਸਾਈਡਸ ਦੇ ਵੱਖਰੇ ਵੱਖਰੇ ਕੇਸਿਸ ਸੁਣਦੇ, ਇਹੋ ਜਿਹੀਆਂ ਚੀਜ਼ਾਂ ਸੁਣਦੇ ਹੈਗੇ ਹੋ।
ਤੇ ਜਿਹੜਾ ਬੰਦਾ ਇਸ ਤੋਂ ਬਾਹਰ ਬੈਠਾ ਆ, ਸਪੋਜ਼ ਜਿਹੜੇ ਲੋਕ ਜੰਗਲਾਂ ਦੇ ਵਿੱਚ ਤੁਰ ਤੁਰ ਕੇ ਇੰਨੀ ਦੂਰੋਂ ਮਤਲਬ ਸਾਰੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਤੰਗ ਹੋ ਕੇ ਅਮਰੀਕਾ ਕੈਨੇਡਾ ਆਉਣਾ ਚਾਹੁੰਦੇ ਨੇ, ਤੇ ਇੱਥੇ ਆ ਕੇ ਪਹਿਲੇ ਦਿਨ ਆ ਕੇ ਨਿਊਜ਼ ਸੁਣਨ, ਨਿਊਜ਼ ਵਿੱਚ ਇਹ ਪਤਾ ਲੱਗੇ ਕਿ ਇੱਕ ਫੈਮਿਲੀ 'ਚ ਲੜਾਈ ਹੋਈ ਹੈ ਰਾਤੀ, ਇੱਕ ਬੰਦੇ ਨੇ ਗਨ ਚੱਕ ਕੇ ਘਰ ਦੇ 6 ਦੇ 6 ਮੈਂਬਰ ਮਾਰਤੇ ਨੇ, ਇਨਕਲੂਡਿੰਗ ਐਕਚੁਅਲੀ ਹਿਮਸੈਲਫ। ਉਹ ਕਹੇਗਾ ਕਮਾਲ ਆ, ਇੱਥੇ ਸਵਰਗ ਸੀਗਾ। People have always a dream that if we can go on that land, if we can enjoy that prosperity, and here these things are happening। हाँ भाई happening हो रही हैं, क्योंकि ਜਿਹੜੀ ਬੰਦੇ ਦੀ ਇਸ਼ੂਜ਼ ਨੇ ਉਹ ਇਸ਼ੂਜ਼ ਇੰਨੇ ਆਸਾਨ ਨਹੀਂ ਹੈਗੇ, ਬੜੇ ਕੰਪਲੈਕਸ ਨੇ। ਤੇ ਜਿਹੜੀਆਂ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ, ਨਾਮ ਸਾਨੂੰ ਉਹਨਾਂ ਸਭ ਤੋਂ ਬਾਹਰ ਕੱਢਦਾ ਆ। ਤੇ ਅਸੀਂ ਬੰਦਾ ਕਹਿੰਦਾ ਫਿਰ ਸਿਆਣਾ ਹੋ ਜਾਂਦਾ ਬੰਦਾ, ਮੱਤ ਕੰਮ ਕਰਦੀ ਹੈ। ਜਿਹੜੇ ਇੰਨੀ ਕਮਾਈ ਕਰਦੇ ਨੇ, ਇੰਨੇ ਮੁਲਕਾਂ 'ਚ ਪੜ੍ਹ ਲਿਖ ਕੇ ਇੰਨੀਆਂ ਜਗ੍ਹਾ 'ਤੇ ਰਹਿੰਦੇ ਨੇ, ਮੱਤ ਦੀ ਕਮੀ ਥੋੜ੍ਹਾ ਉਹਨਾਂ ਦੇ ਕੋਲ ਕੋਈ। ਪਰ ਵਾਟਸ ਮਿਸਿੰਗ, ਵਾਟ ਆਰ ਦੇ ਮਿਸਿੰਗ, ਵਾਈ ਆਰਨਟ ਦੇ ਏਬਲ ਟੂ ਸੀ ਦ ਰੀਅਲ ਸੈਂਸ ਆਫ ਲਾਈਫ। ਇੱਥੇ ਜਾ ਕੇ ਫਿਰ ਮੱਤ ਤੋਂ ਇੱਕ ਵੱਡੀ ਚੀਜ਼ ਚਾਹੀਦੀ ਹੈ, ਜਿਹਨੂੰ ਲੋਕਾਂ ਨੇ ਬੜੇ ਨਾਮ ਦਿੱਤੇ ਨੇ। ਗੁਰੂ ਅਮਰਦਾਸ ਸਾਹਿਬ ਨੇ ਇੱਥੇ ਉਹਨੂੰ ਕਿਹਾ ਹੈਗਾ ਇਸ ਪਾਵਨ ਸ਼ਬਦ ਦੇ ਵਿੱਚ, ਗੁਰਮਤੀ ਆਪ ਬੁਝਾਵਣਿਆ। ਗੁਰੂ ਕੀ ਮੱਤ, ਮੱਤ ਉਹ ਨਹੀਂ ਜਿਹੜੀ ਸਿਰਫ ਕਿਤੇ ਐਜੂਕੇਸ਼ਨਲ ਅਕੈਡਮੀ ਤੋਂ ਮਿਲ ਗਈ ਹੈ, ਮੈਨੂੰ ਐਕੈਡੈਮਿਕ ਸਾਈਟਸ ਤੋਂ ਮਿਲ ਗਈ ਹੈ, ਜਾਂ ਕਿਸੇ ਸੋਸ਼ਲ ਇਨਫਲੂਐਂਸ ਵਿੱਚ ਮਿਲ ਗਈ ਹੈ, ਜਾਂ ਕਿਸੇ ਹੋਰ ਰੂਪ 'ਤੇ। ਗੁਰੂ ਕੀ ਮੱਤ, ਇੱਥੇ ਗੁਰੂ ਮਤਲਬ ਇੱਕ ਪਾਕ ਸਾਫ ਰੂਹਾਨੀ ਸੋਰਸ ਆ। ਜਦੋਂ ਮੇਰੀ ਉਹਦੇ ਨਾਲ ਐਸੋਸੀਏਸ਼ਨ ਬਣੀ, ਉਹਨੇ ਮੈਨੂੰ ਆਪ ਬੁਝਾਵਣਿਆ, ਉਹਨੇ ਮੈਨੂੰ ਆਪਣੇ ਆਪ ਨੂੰ ਬੁੱਝਣ ਦੀ ਜਾਚ ਸਿਖਾ ਦਿੱਤੀ, ਆ ਉਹਨੇ ਆਪ ਮੈਨੂੰ ਚੀਜ਼ ਸਮਝਾ ਦਿੱਤੀ, ਐਵੇਂ ਕਹਿ ਲਵੋ। ਸਾਹਿਬ ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਕੁਰਬਾਨ ਜਾਨਾ ਜਿਹੜੇ ਇਸ ਰਾਹ ਦੇ, ਇਸ ਮਤਲਬ ਰਾਹ ਦੇ ਰਾਹਗੀਰ ਬਣੇ। ਪੀਪਲ ਹੂ ਆਰ ਡਿਸਾਈਪਲ ਆਫ ਦਿਸ ਕਾਈਂਡ ਆਫ ਸਕੂਲ ਆਫ ਥਾਟ। ਰਹਾ ਉਹਦਾ ਪਦਾ ਆ। ਸ਼ੁਰੂਆਤੀ ਬੰਦ ਆ, ਵਰਨ ਰੂਪ ਵਰਤੈ ਸਭ ਤੇਰੇ, ਮਰਮਰ ਜੰਮੈ ਫਿਰ ਪਵੈ ਕਨੇਰੇ। ਇੱਕ ਪਾਸੇ ਰੱਬ ਦਾ ਕੋਈ ਰੂਪ ਨਹੀਂ, ਕੋਈ ਰੇਖਾ ਨਹੀਂ, ਪਰ ਜੋ ਕੁਝ ਵੀ ਇਹ ਸਭ ਹੋ ਰਿਹਾ, ਵਾਪਰ ਰਿਹਾ ਆ, ਜੇ ਕੁਦਰਤ ਦੇ ਜਿੰਨੇ ਰੂਪ ਅਕਸ਼ ਦਿਸ ਰਹੇ ਨੇ, ਸਭ ਉਹਦੇ ਹੀ ਨੇ। ਹੁਣ ਆਹ ਜਿਹੜੀ ਗੱਲ ਆ ਸਿੱਖੀ ਦੀ, ਅਸੀਂ ਬਾਤ ਕਰਦੇ ਹਾਂ। ਸਾਡੇ ਗੁਰਦੁਆਰਾ ਸਾਹਿਬ ਜਦੋਂ ਅਸੀਂ ਇੱਧਰੋਂ ਨਾਰਥ ਤੋਂ ਸਾਊਥ ਨੂੰ ਆ ਰਹੇ ਹੁੰਦੇ ਹਾਂ, ਡਿਕਸੀ ਰੋਡ ਦੇ ਉੱਤੇ, ਐਂਡ ਰਾਈਟ ਸਾਈਡ ਵੀ ਕੈਨ ਸੀ ਵੀ ਹੈਵ ਐਕਚੁਅਲੀ big electric billboard where we are actually sign where we are showing Gurdwara, you know, you can see, ਤੁਸੀਂ ਦੇਖ ਸਕਦੇ ਇਸ ਪਾਸੇ ਸਿੱਖ ਗੁਰਦੁਆਰਾ, place of Sikh place of worship। ਇਸ ਤਰੀਕੇ ਦੇ ਨਾਲ ਉਹਦਾ ਰੀਜ਼ਨ ਹੈ ਲਿਖਣ ਦਾ ਬੜਾ ਵੱਡਾ, ਸ਼ਾਇਦ ਤੁਹਾਨੂੰ ਪਤਾ ਹੋਏਗਾ ਇਹਦੇ ਬਾਰੇ, ਕਿ ਜਿਹੜਾ ਫੋਕਸ ਨਿਊਜ਼ ਚੈਨਲ ਆ, ਉਸਨੇ ਕੀ ਕੀਤਾ ਕਿ ਫੋਕਸ ਨਿਊਜ਼ ਚੈਨਲ ਜਿਹੜਾ ਉਹਨੇ ਇੱਥੇ ਇੱਕ ਵਾਰੀ ਨਿਊਜ਼ ਲਗਾ ਦਿੱਤੀ, ਨਾਰਥ ਅਮਰੀਕਾ ਦੀ ਸਭ ਤੋਂ ਵੱਡੀ ਮੌਸਕ ਆ ਦੇਖੋ, ਇਸ ਤਰੀਕੇ ਨਾਲ ਡਿਕਸੀ ਰੋਡ ਗੁਰਦੁਆਰਾ ਸਾਹਿਬ ਤੇ ਇਸ ਤਰੀਕੇ ਨਾਲ। ਤਾਂ ਉਹਨਾਂ ਨੇ ਉਹ ਮਿਸ ਆਈਡੈਂਟੀਫਿਕੇਸ਼ਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ, ਤੇ ਉਹ ਫੋਕਸ ਨਿਊਜ਼ ਤੋਂ ਹੋਰ ਤੁਸੀਂ ਉਮੀਦ ਵੀ ਕੀ ਕਰੋਗੇ। ਤੇ ਉਹ ਬਾਅਦ 'ਚ ਕਈਆਂ ਕਿਸੇ ਨੇ ਦੇਖਿਆ ਨਿਊਜ਼ ਚੈਨਲ 'ਤੇ ਕਿ ਆਹ ਕੀ ਹੋ ਰਿਹਾ, ਉਹਨਾਂ ਨੇ ਕਾਲ ਕੀਤੀ ਵੀ ਆਹ ਤੁਸੀਂ ਕੀ ਕਰ ਰਹੇ ਹੋ। ਤੇ ਉਹ ਬੜਾ ਇਨੋਸੈਂਟ ਵੀ ਕਈ ਵਾਰੀ ਪਲੇ ਕਰ ਜਾਂਦੇ ਨੇ, ਤੇ ਉਹ ਪਲੇ ਕਰਦਿਆਂ ਹੋਇਆ ਕਹਿੰਦੇ ਸੌਰੀ ਬਿਕੋਜ਼ ਯੂ ਗਾਇਜ਼ ਹੈਵਨਟ ਰੋਟ ਐਨੀਥਿੰਗ, ਸੋ ਦੈਟਸ ਵਾਈ ਇਟ ਹੈਪਨਡ। ਫਿਰ ਬਕਾਇਦਾ ਤੌਰ 'ਤੇ ਕਿਹਾ ਗਿਆ ਕਿ ਇਸ ਪਾਸੇ ਲਿਖੋ ਸਿੱਖ SIKH ਵੱਡਾ ਸਾਰਾ, ਤਾਂ ਕਿ ਪਤਾ ਲੱਗੇ ਵੀ ਕੋਈ ਮਿਸ ਆਈਡੈਂਟੀਫਿਕੇਸ਼ਨ ਨਾ ਹੋ ਜਾਏ। ਪਲੇਸ ਆਫ ਵਰਸ਼ਿਪ, ਪਲੇਸ ਆਫ ਵਰਸ਼ਿਪ ਇਸ ਕਰਕੇ ਲਿਖਿਆ ਕਿਉਂਕਿ ਉਹਨਾਂ ਨੂੰ ਲੈਂਗੁਏਜ ਹੀ ਇਹ ਸਮਝ ਆਉਂਦੀ ਹੈ। ਅਦਰਵਾਈਜ਼ ਜਿਹੜਾ ਵਰਸ਼ਿਪਿਜ਼ਮ ਦਾ ਕਨਸੈਪਟ ਆ, ਇਹ ਸਿੱਖੀ 'ਚ ਨਹੀਂ ਹੈਗਾ। ਪੂਜਾ ਅਕਾਲ ਦੀ ਹੈ, ਤੇ ਅਕਾਲ ਦੀ ਪੂਜਾ ਕਿਵੇਂ ਕਰੋਗੇ? ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦੀ। ਅਗਰਬੱਤੀਆਂ ਦਿਖਾ ਕੇ, ਟੱਲੀਆਂ ਖੜਕਾ ਕੇ, ਆਰਤੀਆਂ ਕਰਕੇ, ਸਭ ਨੂੰ ਤੇ ਬਾਣੀ ਨੇ ਖੰਡਿਤ ਕੀਤਾ ਕਿ ਇਹ ਚੀਜ਼ ਨਹੀਂ ਹੋ ਸਕਦੀ। ਫਿਰ ਉਹਦੀ ਐਕਚੁਅਲ ਪੂਜਾ ਅਰਚਨਾ ਕੀ ਹੈ? ਬਾਣੀ ਨੇ ਕਿਹਾ ਉਹਨੂੰ ਜ਼ਰਰੇ ਜ਼ਰਰੇ 'ਚ ਮੰਨਣਾ, ਇਹ ਅਸਲ ਉਹਦੇ ਨਾਲ ਸਾਂਝ ਆ। ਇਹਦੇ ਲਈ ਗੁਰੂ ਸਾਹਿਬ ਇੱਥੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਵਰਨ ਰੂਪ ਵਰਤੈ ਸਭ ਤੇਰੇ। ਕਿਸੇ ਬਾਰੇ ਕੋਈ ਨਫ਼ਰਤ ਨਹੀਂ ਹੈ, ਕਿਸੇ ਬਾਰੇ ਕੋਈ ਨਫ਼ਰਤ ਨਹੀਂ ਹੈ। ਇਹਨੂੰ ਹੁਣ ਸਰਲ ਕਰਕੇ ਜੇ ਮੈਂ ਬਿਆਨ ਕਰ ਦੇਵਾਂ, ਕੁਝ ਸਾਲ ਪਹਿਲਾਂ ਮੈਂ ਸਟੇਟਸ ਵਿੱਚ ਸੀਗਾ, ਅਤੇ ਉੱਥੇ ਇੱਕ ਬੜੀ ਇੱਕ ਵਿਦਾਂਤਿਕ ਸੁਸਾਇਟੀ 'ਚੋਂ ਕੁਝ ਲੋਕ ਆਏ, ਅਤੇ ਉਹ ਜਿਹੜਾ ਹੈਗਾ
ਅਨਡੂਅਲ ਵਿਦਾਂਤਾ ਵਗੈਰਾ ਉਹਦੀ ਉਹ ਪੜ੍ਹਾਈ ਵਗੈਰਾ ਕਰਦੇ ਸੀਗੇ। ਕੁਝ ਸਿੱਖ ਪਰਿਵਾਰਾਂ 'ਚੋਂ ਵੀ ਸੀਗੇ ਬੱਚੇ, ਐਂਡ ਦੇ ਵਰ ਆਸਕਿੰਗ ਸਰਟਨ ਡਿਫਰੈਂਟ ਕਾਈਂਡ ਆਫ ਕੁਐਸਚਨਸ to me. And that time one asked me, okay, so you are saying Rabb is omnipresent, ਸਭ ਰੂਪਾਂ 'ਚ ਉਹੀ ਵਸਦਾ ਆ। ਆ ਸ਼ਬਦ ਆ ਰਿਹਾ ਨਾ, ਵਰਨ ਰੂਪ ਵਰਤੈ ਸਭ ਤੇਰੇ, ਸਭ ਵਰਨ ਰੂਪਾਂ 'ਚ ਤੇਰਾ ਹੀ ਰੂਪ ਵਰਤ ਰਿਹਾ, ਤੂੰ ਵਰਤ ਰਿਹਾ। ਹਾਂ, ਓਕੇ, ਕੈਨ ਯੂ ਟੈਲ ਮੀ, Hitler was also carrying the jot of Vaheguru or jot of Rabb. Aurangzeb was also carrying the jot of Rabb, because if जो कुछ भी दिस रहा है, whatever we are actually witnessing or seeing, that is everything is carrying the ability of Rabbji, or that is coming from source of Rabbji. So Hitler was also actually carrying the divine power of Rabbji. ਉਹ ਵੀ ਕੈਰੀ ਕਰਦਾ ਸੀਗਾ, ਦੱਸੋ ਮੈਨੂੰ। ਔਰੰਗਜ਼ੇਬ ਵੀ ਕਰਦਾ ਸੀਗਾ, ਹੋਰ ਵੀ ਕਈ ਨਾਂ ਲਏ ਉਹਨਾਂ ਨੇ। ਮੈਂ ਕਿਹਾ ਠੀਕ ਹੈ, ਤੁਹਾਡਾ ਸਵਾਲ ਮੈਂ ਲੈ ਲਿਆ। ਜਵਾਬ ਇਹ ਹੈ ਕਿ ਜਵਾਬ ਵਾਸਤੇ ਤੁਹਾਨੂੰ ਇੱਕ ਤਾਂ ਉਸ ਲੈਵਲ ਦੀ ਸਮਝ ਡਿਵੈਲਪ ਕਰਨੀ ਪਏਗੀ, ਦੂਸਰਾ ਪੇਸ਼ੈਂਸ ਦੇ ਨਾਲ ਮੇਰੀ ਗੱਲ ਨੂੰ ਸੁਣਨਾ ਪਏਗਾ। ਕਈ ਵਾਰ ਕੁਝ ਸਵਾਲ ਐਸੇ ਹੁੰਦੇ ਨੇ ਜਿਹੜੇ ਬੜੇ ਈਜ਼ੀਲੀ ਕੀਤੇ ਜਾ ਸਕਦੇ ਨੇ, ਪਰ ਜਿਹੜੀ ਉਹਨਾਂ ਦੀ ਸਮਝਣ ਦੀ ਬਾਤ ਹੈ ਉਹ ਬੜੀ ਕੰਪਲੈਕਸ ਆ ਜਾਂਦੀ ਹੈ, ਕਿਉਂਕਿ ਅਸੀਂ ਉਸ ਲੈਵਲ ਤੇ ਆਪਣੇ ਆਪ ਨੂੰ ਪ੍ਰਪੇਅਰ ਨਹੀਂ ਕੀਤਾ ਹੁੰਦਾ। ਨੋ ਡਾਊਟ ਹਿਟਲਰ ਇੱਕ ਮਨੁੱਖਤਾ ਦੇ ਜਿਹੜਾ ਹੈਗਾ ਮੱਥੇ ਤੇ ਦਾਗ ਦੇ ਨਵਿੰਦਿਆ। ਔਰੰਗਜ਼ੇਬ, ਇਹੋ ਜਿਹੇ ਹੋਰ ਬਹੁਤ ਸਾਰੇ ਨਾਮ, ਵਜ਼ੀਰ ਖਾਨ ਤੁਹਾਨੂੰ ਮਿਲ ਜਾਏਗਾ, ਸੁੱਚਾ ਨੰਦ, ਲਖਪਤ, ਜਸਪਤ, ਮੀਰ ਮੰਨੂ, ਮਤਲਬ ਤੁਸੀਂ ਨਾਂ ਲਈ ਜਾਓ, ਤੁਹਾਨੂੰ ਇੱਕ ਤੋਂ ਬਾਅਦ ਇੱਕ ਨਾਮ ਮਿਲ ਜਾਣਗੇ। ਪਰ ਜੋ ਅਸਲੀਅਤ ਵਿੱਚ ਦੇਖਿਆ ਜਾਏ ਤਾਂ ਅਸਲੀਅਤ ਵਿੱਚ ਇਹ ਹੈ ਕਿ ਇਹ ਇੰਡੀਵਿਜੂਅਲਸ ਜਿਹੜੇ ਨੇ ਇਹ ਉਸ ਲੈਵਲ ਤੱਕ ਪਹੁੰਚੇ ਕਿਵੇਂ? ਇਹ ਇਕੱਲੇ ਨਹੀਂ ਪਹੁੰਚੇ, ਇੱਕ ਮੁਆਸ਼ਰੇ, ਇੱਕ ਪੂਰੇ ਸਮਾਜ ਵਿੱਚੋਂ ਨਿਕਲੇ ਨੇ। ਸਮਾਜ ਆਪਣੇ ਆਪ ਨੂੰ ਕਹਿ ਦੇ ਕਿ ਮੈਂ ਤੇ ਸਾਰੀ ਤਰ੍ਹਾਂ ਬਰੀ ਹਾਂ, ਡੋਂਟ ਐਕਚੁਅਲੀ point out toward me, but this individual is actually culprit. No, this individual is just the face of a whole social or actually ਜਿਹੜਾ ਉਹ ਸਾਰਾ ਸਟਰਕਚਰ ਬਿਲਡ ਹੋਇਆ ਉਹਦੇ ਰੂਪ ਦੇ ਵਿੱਚ। ਜਾਂ ਸਪੋਜ਼ ਮੈਂ ਸਿੰਪਲ ਕਰ ਦੇਵਾਂ, we are going through with the COVID-19 situation, and there are a lot of people who are actually pointing their fingers toward China. They are the culprit. They have done it. They have done it. Indeed, ਦੇਖੋਗੇ ਤੇ ਹਕੀਕਤ ਇਹ ਹੈ, ਇਹ ਤੇ ਵਾਇਰਸ ਆਇਆ, ਚਾਈਨਾ ਤੋਂ ਆਇਆ। ਜੇ ਸਾਰੇ ਜਿਹੜਾ ਮਨੁੱਖ ਸੀਗੇ ਉਹਨਾਂ ਦਾ ਜਿਹੜਾ ਹੈਗਾ ਲਿਵਿੰਗ ਸਟੇਟਸ ਜਾਂ ਲਿਵਿੰਗ ਲੈਵਲ ਜਿਹੜਾ ਸੀਗਾ ਉਹ ਬੜਾ ਸਹੀ ਹੁੰਦਾ ਤੇ ਇਹਨੇ ਮਨੁੱਖ ਤੋਂ ਮਨੁੱਖ ਨਾਲ ਹੀ ਸਪਰੈਡ ਹੋਣਾ ਸੀਗਾ। ਇਹਨੇ ਸਾਨੂੰ ਇਹ ਦੱਸਿਆ ਕਿ ਸਾਡੀ ਜਿਹੜੀ ਡੇ ਟੂ ਡੇ ਲਿਵਿੰਗ ਆ ਉਹ ਕਿੰਨੀ ਕਲਮਜੀ ਹੈ, ਕਿੰਨੀ ਸਾਡੀ ਡੇ ਟੂ ਡੇ ਲਿਵਿੰਗ ਜਿਹੜੀ ਹੈ ਫਿਲਥੀ ਹੈ। ਇਹ ਚੀਜ਼ ਦੱਸੀ ਇਸ ਵਾਇਰਸ ਨੇ। ਐਕਚੁਅਲੀ ਐਵੇਂ ਤੇ ਨਹੀਂ ਸਪਰੈਡ ਹੋਇਆ ਨਾ, ਇਹ ਸਪਰੈਡ ਤੇ ਇਸੋ ਕਰਕੇ ਹੋਇਆ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਹਾਈਜੀਨ ਕਰਨਾ ਹੈ, ਸਭ ਚੀਜ਼ਾਂ ਰੱਖਣੀਆਂ ਨੇ। ਸਪਰੈਡ ਐਕਚੁਅਲੀ ਇਹ ਵੀ ਕੋਵਿਡ-19 ਸਾਨੂੰ ਦੱਸ ਰਿਹਾ ਸਭ ਰੂਪ ਦੇ ਵਿੱਚ। ਤੇ ਇਸ ਤੋਂ ਬਾਅਦ ਹੁਣ ਸਿਚੁਏਸ਼ਨ ਬਹੁਤ ਸਾਰੀ ਬਦਲ ਜਾਏਗੀ, ਸੱਚ ਹੈ। ਈਵਨ ਕਿਹਾ ਜਾ ਰਿਹਾ ਵਿੰਟਰ ਦੇ ਵਿੱਚ ਇਹਦਾ ਬਹੁਤ ਜਿਹੜੀ ਹੈਗੀ ਵੱਡੀ ਵੇਵ ਦੇਖ ਸਕਾਂਗੇ ਇਸ ਤਰੀਕੇ ਨਾਲ। ਹਾਲਾਂਕਿ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਸਾਈਡ ਵਿੰਟਰ ਵਾਜ਼ ਆਲਰੇਡੀ ਹੈਪਨਿੰਗ ਓਵਰ ਦੇਅਰ, ਐਂਡ ਵਟ ਦੇ ਆਰ ਪ੍ਰੈਜ਼ੈਂਟਿੰਗ ਟੋਟਲੀ ਡਿਫਰੈਂਟ ਪਿਕਚਰ ਇਹ ਆ ਰਹੀ ਹੈ ਕਿ ਇਹ ਜਿਹੜਾ ਵਿੰਟਰ ਉਹਨਾਂ ਦਾ ਸਭ ਤੋਂ ਜਿਹੜਾ ਹੈਗਾ ਜਿਹਦੇ 'ਚ ਸਭ ਤੋਂ ਘੱਟ ਬੁਖਾਰ ਹੋਇਆ। ਫਲੂ ਸੀਜ਼ਨ ਵਾਜ਼ ਵੈਰੀ ਐਕਚੁਅਲੀ you can say minor over there. They're very actually mild kind of flu they witnessed in the whole winter, ਕਿਉਂਕਿ ਲੋਕਾਂ ਨੇ ਮੈਜਰਮੈਂਟ ਜ਼ਿਆਦਾ ਲੈ ਲਏ, ਬਿਮਾਰੀਆਂ ਫੈਲਣੀਆਂ ਘਟ ਗਈਆਂ। ਜਿਹੜਾ ਆਮ ਫਲੂਐਂਜਾ ਸੀਗਾ ਸਾਰਾ ਉਹ ਬਹੁਤ ਲੈਵਲ ਤੇ ਘਟ ਗਿਆ। ਸੋ ਇਹਨੇ ਇੱਕ ਨਵੇਂ ਲੈਵਲ ਤੇ ਬੰਦੇ ਨੂੰ ਲੈ ਆਂਦਾ। ਇੱਕ ਚੀਜ਼ ਹੋਈ। ਦੂਸਰੀ ਇਹ ਕਿ ਐਕਚੁਅਲੀ ਇੱਕ ਸੋਸਾਇਟੀ ਦਾ, ਇੱਕ ਮੁਆਸ਼ਰੇ ਦਾ ਇੱਕ ਸਾਰਾ ਵਰਤਾਰਾ ਜਿਹੜਾ ਸੀਗਾ ਉਹ ਇਹਨਾਂ ਲੋਕਾਂ ਨੇ ਹਰ ਚੀਜ਼ ਨੂੰ ਇੰਨਾ ਜ਼ਿਆਦਾ ਲੈ ਲਿਆ
कि छोटे छोटे स्पेसिस ਦੇ ਵਿੱਚ ਏਡੀਆਂ ਵੱਡੀਆਂ ਗੈਦਰਿੰਗ ਪਾਰਟੀਜ਼, ਫਿਰ ਕੋਈ ਖਿਆਲ ਨਹੀਂ ਹਾਈਜੀਨ ਦਾ, ਕੋਈ ਖਿਆਲ ਨਹੀਂ ਇੱਕ ਦੂਜੇ ਤੋਂ ਜਿਹੜਾ ਹੈਗਾ ਦੂਰੀ ਬਣਾਉਣ ਦਾ, ਜਿਹੜੇ ਜਰਮਸ ਫੈਲ ਰਹੇ ਨੇ, ਜਿਹੜੇ ਵਾਇਰਸ ਫੈਲ ਰਹੇ ਨੇ, ਸਭ ਚੀਜ਼ਾਂ ਬਾਰੇ ਹੁਣ ਜਾ ਕੇ ਬਾਤ ਹੋ ਰਹੀ ਹੈ। ਨੋ 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 ਨੋ, ਵੀ ਨੀਡ ਸਪੇਸ, ਵੀ ਨੀਡ ਸਮ ਕਾਈਂਡ ਆਫ ਐਕਚੁਅਲੀ ਡਿਸਟੈਂਸ ਫਰੋਮ ਈਚ ਅਦਰ, ਵੀ ਨੀਡ ਸਮ ਕਾਈਂਡ ਆਫ ਜਿਹੜਾ ਹੈਗਾ ਟੇਕ ਕੇਅਰ ਆਫ ਈਚ ਅਦਰ, ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ। ਸੋ ਇਹ ਕੁਦਰਤ ਦੇ ਦਸਤੂਰ 'ਚ ਹੋ ਰਿਹਾ ਸਭ ਕੁਝ, ਇਹ ਕੁਦਰਤ ਤੋਂ ਬਾਹਰ ਨਹੀਂ ਹੋ ਰਿਹਾ, ਕੁਦਰਤ ਦੇ ਲਾ ਦੇ ਵਿੱਚ ਹੀ ਚੀਜ਼ਾਂ ਨੇ। ਜੇ ਐਗਜ਼ਿਸਟ ਕਰਨਾ, ਜੇ ਰਹਿਣਾ ਆ, ਤੁਸੀਂ ਉਹਦੇ ਹੁਕਮ ਨੂੰ, ਧਰਮ ਨੂੰ ਮੰਨੋਗੇ ਤਾਂ ਰਹੋਗੇ, ਨਹੀਂ ਤੇ ਉਹਦਾ ਜਿਹੜਾ ਹੈਗਾ ਵੱਡੀ ਧਰਮ ਰਾਜ ਦੀ ਚੱਕੀ ਚੱਲੇਗੀ, ਸਭ ਕੁਝ ਦਲ ਦੇਗੀ ਵਿੱਚ ਉਹਦੇ। ਹਿਟਲਰ, ਔਰੰਗਜ਼ੇਬ, ਵਜ਼ੀਰ ਖਾਂ, ਇਹ ਉਹ ਮੁਆਸ਼ਰੇ 'ਚੋਂ ਆਏ ਲੋਕ ਨੇ। ਇਸੇ ਲਈ ਗੁਰਮਤ ਨੇ ਜਦੋਂ ਸਿਖਾਇਆ ਤੇ ਕਿਹਾ ਸਭ ਕੋ ਮੀਤ ਹਮ ਆਪਨ ਕੀਨਾ, ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਹਾਂ, ਮੁਆਸ਼ਰੇ 'ਚ ਗਲਤ ਹੋਈਆਂ ਚੀਜ਼ਾਂ ਨੂੰ ਠੀਕ ਅਸੀਂ ਤੁਸਾਂ ਹੀ ਕਰਨਾ ਸਾਰਿਆਂ ਨੇ ਰਲ ਕੇ। ਔਰੰਗਜ਼ੇਬ ਵਰਗੇ ਨੂੰ, ਹਾਕਮ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਫਰਨਾਮਾ ਲਿਖ ਕੇ ਬਿਆਨ ਕਰਦੇ, ਮੈਨੂੰ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ, ਬਿਨਾਂ ਸ਼ੱਕ ਤੂੰ ਮੇਰੇ ਛੋਟੇ ਛੋਟੇ ਬੱਚਿਆਂ ਦਾ ਕਾਤਲ ਹੈ, ਤੂੰ ਅੱਜ ਤੌਬਾ ਕਰ, ਆਪਣੇ ਗੁਨਾਹਾਂ ਨੂੰ ਸਵੀਕਾਰ ਤੇ ਮਨੁੱਖਤਾ ਦੇ ਭਲੇ ਲਈ ਖੜਾ ਹੋ ਜਾ, ਮੇਰੀ ਛਾਤੀ ਤੇਰੀ ਛਾਤੀ ਨਾਲ ਲੱਗ ਜਾਏਗੀ। what else we can actually see, what else we can actually say about Guru's glory? ਇਹੀ ਤੇ ਹੈ ਕਟਸੀ, ਹੋਰ ਕੀ ਹੁੰਦੀ ਹੈ, ਫॉरगिवनेस ਹੋਰ ਕੀ ਹੁੰਦੀ ਹੈ। ਮਨੁੱਖਤਾ ਇੱਥੇ ਖੜੀ ਹੈ, ਇਹ ਤਾਂ ਆਏਗੀ ਜੇ ਜਰਰੇ ਜਰਰੇ 'ਚ ਰੱਬ ਨੂੰ ਵੇਖੋਗੇ ਤੇ। ਮਹਾਰਾਜ ਨੇ ਬਿਆਨ ਕੀਤਾ ਇਹਦੇ 'ਚ, ਵਰਨ ਰੂਪ ਵਰਤੈ ਸਭ ਤੇਰੇ, ਤੇਰਾ ਹੀ ਤੇ ਰੂਪ ਵਰਤ ਰਿਹਾ ਚਾਰ ਚਪੇਰੇ, ਮਰਮਰ ਜੰਮੈ ਫੇਰ ਪਵੈ ਘਨੇਰੇ। ਇਹ ਵੀ ਸੱਚ ਹੈ, ਕੋਈ ਚੀਜ਼ ਇਹ ਨਹੀਂ ਬੰਦੇ ਨੇ ਅਮਲ ਕੀਤਾ ਤੇ ਅਮਲ ਕਰਕੇ ਕੁਝ ਨੁਕਸਾਨ ਕਰਕੇ ਦੂਜਿਆਂ ਦਾ ਤੇ ਇਸ ਕਿਸਮ ਦਾ ਆਪਣੀ ਜਿਹੜੀ ਹੈਗੀ ਏ ਕਿਸੇ ਸੈਲਫ ਸੈਂਟਰਡ ਸੋਚ ਨਾਲ ਕੁਝ ਖੱਟ ਕੇ ਚਲਾ ਗਿਆ ਤਾਂ ਉਹ ਜੇਤੂ ਹੋ ਗਿਆ। ਸਭ ਕਹਿੰਦੇ ਨਹੀਂ, ਇਹ ਕੁਦਰਤ ਦੇ ਸਾਈਕਲ ਚੱਲਦਾ ਰਹਿਣਾ ਹੈ। ਮਰਮਰ ਜੰਮੈ ਫੇਰ ਪਵੈ ਘਨੇਰੇ, ਬਲਕਿ ਬੰਦੇ ਨੇ ਵੱਡੇ ਫੇਰੇ ਲੈ ਲਏ, ਉਹ ਹੋਰ ਚੱਕਰਾਂ 'ਚ ਪੈ ਗਿਆ। ਅਗਲਾ ਬਚਨ ਲਿਖਿਆ, ਤੂੰ ਏਕੋ ਨਿਸ਼ਚਲ ਅਗਮ ਅਪਾਰਾ, ਗੁਰਮਤੀ ਬੂਝ ਬੁਝਾ ਬਣਿਆ। ਬਾਕੀ ਕਰਤਾਰ ਤੂੰ ਇੱਕੋ ਹੀ ਹੈ ਜਿਹੜਾ ਸਭ ਵਿੱਚ ਵਰਤ ਰਿਹਾ, ਜੋਤ ਹੋ ਕੇ ਇੱਕੋ ਨਿਹਚਲ, ਜਿਹੜਾ ਹਮੇਸ਼ਾ ਟਿਕਾ ਵਿੱਚ ਹੈ, ਸਟਿਲਨੈਸ ਦੇ ਵਿੱਚ ਰਹਿਣ ਵਾਲਾ, ਅਗਮ ਇੰਦਰੀਆਂ ਦੀ ਪਹੁੰਚ ਤੋਂ ਪਰੇ, ਅਪਾਰਾ ਬੜਾ ਬੇਅੰਤ, ਗੁਰਮਤੀ ਬੂਝ ਬੁਝਾ ਬਣਿਆ। ਜਿਹਦੀ ਮੈਂ ਬਾਤ ਸ਼ੁਰੂ ਕੀਤੀ ਸੀ ਕਿ ਗੁਰੂ ਕੀ ਮਤ ਦੇ ਜ਼ਰੀਏ ਜਿਹੜਾ ਇੰਟਲੈਕਟ ਗੁਰੂ ਵੱਲੋਂ ਜਿਹੜਾ ਰਿਫਲੈਕਟ ਹੋ ਕੇ ਆਉਂਦਾ, ਉਹਦੇ ਜ਼ਦਕਾ ਇਹ ਚੀਜ਼ ਬੁੱਝੀ ਬੁਝਾਈ, ਸਮਝੀ ਸਮਝਾਈ ਜਾ ਸਕਦੀ ਹੈ। ਅਗਲੇ ਬਚਨਾਂ 'ਚ ਫਰਦਰ ਇਹਦੀ ਐਕਸਟੈਂਸ਼ਨ ਤੇ ਜਿਹੜੀ ਇਹਦੀ ਐਕਸਪਲੇਨੇਸ਼ਨ ਹੈਗੀ ਹੈ, ਜਿਹਦੀ ਬਾਤ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਹੈ। ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।